ਸਤਨਾਮ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, मेरा सब दुख गवाए जियो। मैं आशा रखी चित में, मेरा सब दुख गवाए जियो। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। माटी का क्या धोपै स्वामी, मानस की गत एही। सतनाम धन वाहिगुरू साहिब जीओ। पहली करूप कुजात कुलखणी, ससुरे पेयै बुरी। अब की स्वरूप सुजान सुलखणी, सहजे उदर धरी। भली सरी मुई मेरी पहली बरी। जुग जुग जीवो मेरी अब की धरी। भली सरी मुई मेरी पहली बरी। जुग जुग जीवो मेरी अब की धरी रहा। कहो कबीर जब लहुरी आई, बड़ी का सुहाग टरियो। लहुरी संग भई अब मेरे, जेठी और धरियो। कहो कबीर जब लहुरी आई, बड़ी का सुहाग टरियो। लहुरी संग भई अब मेरे, जेठी और धरियो। परम सन्मान योग चवर छतर तखत दे मालक, गरीब नवाज सतगुरु साहिब श्री गुरु ग्रंथ साहिब सच्चे पातशाह जी, तिन्हां दी अपार बख्शिश मेहरामत दा सदका यह विशेष ऑनलाइन गुरमत समागम का उपराला गुरुद्वारा गुरु नानक दरबार ओमैक्स रुद्रपुर की सरबत संगत वल्लों होया है। गुरु साहिब जी की अपार बख्शिश मेहर का सदका इस भयानक महामारी के दौरान गुरु साहिब जी की अपार कृपा नाल जो विशेष उपराला किया गया है, आओ आपां सारियां ने रल मिल के इस विच हिस्सेदारी पाउणी है, ताकि गुरु की महान विचारधारा, गुरु के महान संकल्प नूं
ਜਦ ਕਿ ਅਸੀਂ ਗੁਰੂ ਘਰ ਆ ਕੇ ਬਹੁਤਾ ਲੰਮਾ ਸਮਾਂ ਸਮਾਗਮਾਂ ਦਾ ਹਿੱਸਾ ਨਹੀਂ ਬਣ ਸਕਦੇ। ਇਕੱਠ ਨੂੰ ਵਰਜਿਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਜ਼ਰੂਰਤ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ, ਗੁਰੂ ਸਾਹਿਬ ਜੀ ਦੀ ਵਿਚਾਰ ਨੂੰ ਆਪਣੀ ਜਹਨੀਅਤ ਦਾ, ਸੋਚ ਦਾ ਹਿੱਸਾ ਘਰ ਬੈਠਿਆਂ ਬਣਾਈਏ। ਇਸੇ ਲੜੀ ਦੇ ਸੰਬੰਧ ਵਿੱਚ ਅੱਜ ਸਰਬੱਤ ਦੇ ਭਲੇ ਲਈ ਇਸ ਗੁਰਮਤਿ ਸਮਾਗਮ ਦਾ ਆਗਾਜ਼ ਹੈ। ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦੇ ਕੀਰਤਨ, ਗੁਰਮਤਿ ਵਿਚਾਰ ਰਾਹੀਂ ਆਓ ਆਪਾਂ ਆਪਣੇ ਆਪੇ ਨੂੰ ਮਹਿਸੂਸ ਕਰਨ ਦਾ ਯਤਨ ਕਰ ਸਕੀਏ। ਸੱਚੇ ਪਾਤਸ਼ਾਹ ਸਾਡੇ ਸਭ ਤੇ ਕਿਰਪਾ ਕਰਨ। ਆਓ ਗੁਰਮਤਿ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਸਰਬੱਤ ਸੰਗਤ ਜੋ ਵੀ ਇਸ ਸਮਾਗਮ ਵਿੱਚ ਹਿੱਸੇਦਾਰ ਹੋ, ਅਸੀਸ ਬਖਸ਼ਦਿਆਂ ਗੁਰ ਫਤਿਹ ਪ੍ਰਵਾਨ ਕਰੋ ਔਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਫਲਸਫੇ 'ਚ ਸਤਿਗੁਰੂ ਜੀ ਨੇ ਸਾਡੇ ਜੀਵਨ ਦੇ ਬਦਲਾਵ, ਤਬਦੀਲੀ ਤੇ ਜ਼ਿੰਦਗੀ ਨੂੰ ਹਮੇਸ਼ਾ ਸੰਘਰਸ਼ੀ ਬਣਾਉਣ ਦੀ ਤੇ ਇੱਕ ਸੁਚੇਤਪਨ ਵਿੱਚ ਵਿਚਰਨ ਦੀ ਪ੍ਰੇਰਨਾ ਕੀਤੀ ਹੈ। ਜ਼ਰੂਰੀ ਹੈ ਇੱਕ ਇਨਸਾਨੀ ਢਾਂਚੇ 'ਚ ਜਦੋਂ ਵੀ ਅਸੀਂ ਸਫ਼ਰ ਕਰਾਂਗੇ ਤੇ ਸੁਭਾਵਿਕ ਹੈ ਸਾਡੀ ਇਸ ਜ਼ਿੰਦਗੀ 'ਚ ਬਹੁਤ ਸਾਰੀਆਂ ਸਮੱਸਿਆਵਾਂ, ਪਰੇਸ਼ਾਨੀਆਂ, ਪ੍ਰੋਬਲਮਸ ਬਾਰ-ਬਾਰ ਸਾਡੇ ਸਾਹਮਣੇ ਆ ਕੇ ਖੜੀਆਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਫਲਸਫੇ 'ਚ ਸਤਿਗੁਰੂ ਜੀ ਨੇ ਹਰ ਪੱਖ ਤੋਂ ਇਨਸਾਨ ਨੂੰ ਮਜ਼ਬੂਤ ਰਹਿਣ ਦੀ, ਹਰ ਪੱਖ ਤੋਂ ਇਨਸਾਨ ਨੂੰ ਆਪਣੇ ਆਪ ਨੂੰ ਸੰਭਾਲ ਕੇ ਤੁਰਨ ਦੀ ਪ੍ਰੇਰਨਾ ਕੀਤੀ ਹੈ। ਇਸ ਸਮੇਂ ਦੌਰਾਨ ਇਹ ਜ਼ਰੂਰੀ ਹੈ ਇੱਕ ਇਨਸਾਨੀ ਜੀਵਨ ਵਾਸਤੇ ਕਿ ਉਹ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਰੱਖੇ, ਇੰਨਾ ਕੁ ਆਪਣੇ ਅੰਦਰ ਪੋਜ਼ਿਟਿਵਿਟੀ ਪੈਦਾ ਕਰੇ ਕਿ ਹਰ ਹਾਲਾਤ ਵਿੱਚ, ਹਰ ਮਾਹੌਲ ਵਿੱਚ, ਹਰ ਸਮੱਸਿਆ 'ਚ ਉਹ ਹਰ ਹਾਲਾਤ ਦੇ ਨਾਲ, ਹਰ ਸਮੇਂ ਦੇ ਨਾਲ ਉਹ ਟਾਕਰਾ ਕਰਨ ਦੀ ਆਪਣੇ ਅੰਦਰ ਸਮਰੱਥਾ ਪੈਦਾ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸਤਿਗੁਰੂ ਨੇ ਸਭ ਤੋਂ ਵੱਧ ਜ਼ੋਰ ਮਨੁੱਖ ਦੇ ਜੀਵਨ ਦੀ ਮਜ਼ਬੂਤੀ ਦੀ ਸਿਰਜਣਾ ਵਿੱਚ ਇਨਸਾਨ ਦੇ ਮਨ ਤੇ ਦਿੱਤਾ ਹੈ। ਮਨ ਆਚਾਰਾਂ ਤੇ ਵਿਚਾਰਾਂ ਦਾ ਸੰਕਲਪ ਹੈ। ਇਸ ਸੰਕਲਪ ਵਿੱਚ ਸਫ਼ਰ ਕਰਦੇ ਆ ਇਨਸਾਨ ਨੇ ਮਹਿਸੂਸ ਕਰਨਾ ਹੈ ਕਿ ਉਹ ਆਪਣੇ ਅੰਦਰ ਕੈਸੇ ਖਿਆਲ, ਕੈਸੀ ਸੋਚ, ਕੈਸੀ ਸਮਝ ਨੂੰ ਭਰਦਾ ਹੈ, ਜਿਸ ਸਮਝ ਨਾਲ ਉਹਦਾ ਭਵਿੱਖ ਜਾਂ ਉਹਦਾ ਵਰਤਮਾਨ ਕਿਹੋ ਜਿਹਾ ਚੱਲਦਾ ਹੈ। ਇਹ ਵਿਚਾਰ ਮਨੁੱਖ ਦੇ ਜੀਵਨ ਵਿੱਚ ਅਤ ਲੋੜੀਂਦੀ ਤੇ ਜ਼ਰੂਰੀ ਹੈ। ਐਨਾਲਾਈਸਿਸ ਕਰਨਾ, ਪਰਖਣਾ ਇਨਸਾਨ ਦੀ ਜ਼ਿੰਦਗੀ ਵਾਸਤੇ ਅਤ ਲਾਜ਼ਮੀ ਹੈ। ਗੁਰੂ ਸਾਹਿਬ ਜੀ ਨੇ ਬਾਣੀ 'ਚ ਸਭ ਤੋਂ ਪਹਿਲਾਂ ਇਹ ਸੰਕਲਪ ਸਾਡੀ ਝੋਲੀ 'ਚ ਪਾਇਆ ਵੀ ਇਨਸਾਨ ਇਸ ਸੰਸਾਰ ਦੇ ਹਾਲਾਤ ਨੂੰ ਸਮਝਣ ਦਾ, ਜਾਣਨ ਦਾ, ਪਰਖਣ ਦਾ ਯਤਨ ਕਰੇ ਤੇ ਹਾਲਾਤਾਂ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਉਹਨੂੰ ਆਦਤ ਪਾਉਣੀ ਚਾਹੀਦੀ ਹੈ। ਕਿਉਂਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਜ਼ਿੰਦਗੀ 'ਚ ਜੇ ਅੱਜ ਦੁੱਖ ਹੈ ਕੱਲ ਨੂੰ ਸੁੱਖ ਵੀ ਹੋਏਗਾ, ਜੇ ਅੱਜ ਸੁੱਖ ਹੈ ਕੱਲ ਨੂੰ ਦੁੱਖ ਵੀ ਆਉਣਾ ਹੈ। ਹਰ ਹਾਲਾਤ ਵਿੱਚ ਇਨਸਾਨ ਕਿਵੇਂ ਮਜ਼ਬੂਤ ਰਵੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ, ਬਾਣੀ ਤੋਂ ਸਿੱਖਣ ਦੀ ਲੋੜ ਹੈ। ਅਸਲ 'ਚ ਜਦੋਂ ਅਸੀਂ ਸ਼ਬਦ ਨੂੰ ਮਹਿਸੂਸ ਕਰਾਂਗੇ, ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਬਾਣੀ 'ਚ ਕੀਤਾ ਤੇ ਬਾਣੀ 'ਚ ਇਹ ਆਸਰਾ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ ਇੱਕ ਇਨਸਾਨੀ ਰੂਪ ਹੋਣ ਦੇ ਨਾਤੇ ਕਿ ਭਾਈ ਤੈਨੂੰ ਇੱਕ ਸੂਖਮ ਸਹਾਰੇ ਦੀ ਲੋੜ ਹੈ, ਪੋਜ਼ਿਟਿਵ ਵਿਚਾਰਾਂ ਦੀ ਲੋੜ ਹੈ। ਉਸ ਆਸਰੇ ਤੇ ਉਸ ਸਹਾਰੇ ਦੀ ਜ਼ਰੂਰਤ ਹੈ ਜੋ ਸਦੀਵ ਹੈ, ਜੋ ਜੁਗੋ ਜੁਗ ਅਟਲ ਹੈ, ਜਿਹੜਾ ਕਦੀ ਸਮਾਪਤ ਨਹੀਂ ਹੁੰਦਾ, ਕਦੀ ਮਿਟਦਾ ਨਹੀਂ, ਕਦੀ ਮੁੱਕਦਾ ਨਹੀਂ ਤੇ ਜਿਸ ਦੀ ਹਸਤੀ, ਜਿਸ ਦੀ ਹੋਂਦ ਨੂੰ ਹਮੇਸ਼ਾ ਤੋਂ ਸਵਕਾਰਿਆ ਜਾਂਦਾ ਰਿਹਾ ਹੈ, ਅੱਜ ਵੀ ਜਿਸ ਦੀ ਹਸਤੀ ਸਦ ਬੁਲੰਦ ਤੇ ਸਦੀਵ ਜਾਗਰਤ ਹੈ, ਹਮੇਸ਼ਾ ਰਹੇਗੀ। ਉਸ ਹਸਤੀ ਨੂੰ ਆਪਣੀ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਥਾਂ ਦੇ। ਇਸੇ ਕਰਕੇ ਬਾਣੀ 'ਚ ਇੱਕ ਅਕਾਲ ਦੇ ਸੰਕਲਪ ਦੀ ਬਾਰ-ਬਾਰ ਗੁਰੂ ਸਾਹਿਬ ਜੀ ਨੇ ਚਰਚਾ ਕੀਤੀ ਹੈ। ਇਸ ਇੱਕ ਅਕਾਲ ਦੇ ਸੰਕਲਪ ਨੂੰ ਜਦੋਂ ਅਸੀਂ ਮਹਿਸੂਸ ਕਰਦੇ ਹਾਂ, ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਨੇ
ਸਭ ਤੋਂ ਪਹਿਲੀ ਵਾਰਤਾ 'ਚ ਇਸ ਵਿਚਾਰਧਾਰਾ ਨੂੰ ਸਾਡੇ ਸਨਮੁਖ ਰੱਖਿਆ। ਜਿਹੜੇ ਪਹਿਲੇ ਬਚਨ ਮੇਰੇ ਬਾਬੇ ਨੇ ਜਪਜੀ ਸਾਹਿਬ ਵਿੱਚ ਕਹੇ, ਉਹ ਸ਼ਬਦਾਵਲੀ ਹੈ। ਗੁਰੂ ਸਾਹਿਬ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਇੱਕ ਦੀ ਹੋਂਦ ਦੀ ਸੰਸਾਰਕ ਪੇਸ਼ਕਾਰੀ ਵਿੱਚ ਇਹ ਮਨੁੱਖ ਮਹਿਸੂਸ ਕਰੇਗਾ ਕਿ ਉਹ ਪਰਮਾਤਮਾ, ਉਹ ਮਾਲਕ ਜੋ ਹਮੇਸ਼ਾ ਸੁਤੰਤਰ ਆਜ਼ਾਦ ਤੇ ਬੁਲੰਦ ਹਸਤੀ ਦਾ ਮਾਲਕ ਹੈ, ਉਸ ਨਾਲ ਜੁੜਿਆ, ਉਸ ਨਾਲ ਸਾਂਝ ਬਣਾਇਆ, ਉਸ ਦੀ ਬਣਤਰ ਨੂੰ ਤੇ ਉਸ ਦੀ ਮੌਜੂਦਗੀ ਨੂੰ ਮਹਿਸੂਸ ਕਰਦਿਆਂ ਮੇਰੇ ਅੰਦਰ ਵੀ ਉਸ ਖਿਆਲ ਦੀ ਸਿਰਜਣਾ ਹੋਏਗੀ। ਗੁਰੂ ਸਾਹਿਬ ਜੀ ਨੇ ਬਾਣੀ 'ਚ ਇੱਕ ਬਚਨ ਹੋਰ ਕਿਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਇਨਸਾਨ ਮਜ਼ਬੂਤੀ ਬਣਾਉਣਾ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹਨੂੰ ਮਜ਼ਬੂਤ ਆਸਰੇ ਤੇ ਸਹਾਰੇ ਦੀ ਲੋੜ ਹੈ। ਉਹ ਸਹਾਰਾ ਜੋ ਸਦੀਵ ਸਥਿਰ ਰਵੇ, ਜਿਹਨੂੰ ਅਸੀਂ ਬਾਣੀ 'ਚ ਇਸ ਢੰਗ ਨਾਲ ਵੀ ਪੜ੍ਹਦੇ ਹਾਂ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੇ। ਪਰਮਾਤਮਾ ਜੀ ਤੁਸੀਂ ਮੇਰੇ ਪਹਾੜ ਜਿੱਡੇ ਆਸਰੇ ਹੋ। ਅਸਲ ਵਿੱਚ ਇਨਸਾਨੀ ਜ਼ਿੰਦਗੀ ਦਾ ਜੀਵਨ ਨਿਰਭਰ ਕਰਦਾ ਹੈ ਉਸ ਵੱਲੋਂ ਸਿਰਜੇ ਹੋਏ ਖਿਆਲਾਂ ਤੇ ਅਸਲ 'ਚ ਖਿਆਲ ਉੱਥੇ ਖੜਦੇ ਨੇ ਜਿੱਥੇ ਮਨੁੱਖ ਮਹਿਸੂਸ ਕਰੇ ਵੀ ਮੇਰੀ ਜ਼ਿੰਦਗੀ 'ਚ ਮੇਰੇ ਨਾਲ ਖੜੋਤਾ ਕਿੰਨੀ ਕੁ ਤਾਕਤ ਤੇ ਸਮਰੱਥਾ ਰੱਖਦਾ। ਸੁਭਾਵਿਕ ਤੌਰ ਤੇ ਸੰਸਾਰਕ ਜ਼ਿੰਦਗੀ ਵਿੱਚ ਇੱਕ ਇਨਸਾਨ ਨੂੰ ਮਹਿਸੂਸ ਕਰੋ ਜਿਹਦੀ ਪਹੁੰਚ ਰਾਜ ਦਰਬਾਰ ਵਿੱਚ ਹੈ, ਜਿਹਦੀ ਪਹੁੰਚ ਵੱਡੇ ਸ਼ਹਿਜ਼ਾਦੇ ਨਾਲ ਹੈ, ਜਿਹਦੀ ਗੱਲ ਸਮੇਂ ਦੀ ਤਾਕਤਵਰ ਸਰਕਾਰ ਦੇ ਸਾਹਮਣੇ ਸੁਣੀ ਜਾਂਦੀ ਹੈ। ਉਹ ਕਿਸੇ ਆਮ ਬੰਦੇ ਦੀ ਪਰਵਾਹ ਨਹੀਂ ਕਰਦਾ, ਕਿਸੇ ਛੋਟੇ ਮੋਟੇ ਨੂੰ ਮਹਿਸੂਸ ਨਹੀਂ ਕਰਦਾ। ਉਹਦੀ ਜ਼ਿੰਦਗੀ ਦਾ, ਆਪਣੀ ਜ਼ਿੰਦਗੀ ਵਿੱਚ ਬੇਪਰਵਾਹੀ ਦਾ ਸਫ਼ਰ ਕਰਨ ਦਾ ਮੂਲ ਕਾਰਨ ਹੀ ਇਹ ਹੈ ਕਿ ਉਹ ਇਨਸਾਨ ਉੱਚ ਸ੍ਰਿਸ਼ਟੀ ਤੇ ਉੱਚ ਤਾਕਤ ਨਾਲ ਜੁੜਿਆ ਹੈ, ਜਿਹੜੀ ਸਭ ਤੋਂ ਵੱਡੀ ਤੇ ਸਭ ਤੋਂ ਮਜ਼ਬੂਤ ਹੈ। ਗੁਰੂ ਸਾਹਿਬ ਜੀ ਨੇ ਬੜੀ ਸਪਸ਼ਟਤਾ ਦੇ ਨਾਲ ਗੱਲ ਕੀ। ਸਤਿਗੁਰੂ ਕਹਿੰਦੇ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ। ਪਹਿਲੀ ਗੱਲ ਕਿ ਇਨਸਾਨੀ ਜੀਵਨ ਦੇ ਢਾਂਚੇ 'ਚ ਉਸ ਆਸਰੇ ਨੂੰ ਮਨੁੱਖ ਦੇ ਰੂਪ ਵਿੱਚ ਮਹਿਸੂਸ ਕੀਤਾ ਜਾਣਾ ਜਿਹੜਾ ਸਦੀਵ ਹੈ ਤੇ ਹਮੇਸ਼ਾ ਸਥਿਰ ਰਹੇਗਾ। ਗੁਰੂ ਸਾਹਿਬ ਕਹਿੰਦੇ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਪਰਮਾਤਮਾ ਤੂੰ ਡੋਲਦਾ ਨਹੀਂ, ਸਾਡਾ ਪੱਲਾ ਤੂੰ ਛੱਡਣਾ ਨਹੀਂ, ਅਸੀਂ ਤੁਹਾਡੇ ਆਸਰੇ ਤੇ ਜੀਣ ਵਾਲੇ ਆ। ਇਸ ਕਰਕੇ ਰੱਬ ਜੀ ਤੁਹਾਡੀ ਮਜ਼ਬੂਤੀ ਤੇ ਤੁਹਾਡੇ ਟਿਕਾ ਸਦਕਾ ਸਾਡਾ ਜੀਵਨ ਵੀ ਟਿਕਿਆ ਹੋਇਆ। ਅਸਲ 'ਚ ਬਾਣੀ ਨੇ ਇਸ ਸਾਰੀ ਵਿਚਾਰਧਾਰਕ ਰੂਪ ਰੇਖਾ ਦਾ ਜੋ ਮੁੱਢ ਬਣਿਆ, ਉਹਦੀ ਅਸਲ ਵਾਰਤਾ ਇਹ ਸੀ ਕਿ ਇਨਸਾਨ ਆਪਣੇ ਅੰਦਰ ਇਸ ਖਿਆਲ ਨੂੰ ਜਨਮ ਦੇਵੇ ਕਿ ਉਹਦੇ ਨਾਲ ਕੋਈ ਐਸੀ ਤਾਕਤ ਜ਼ਰੂਰ ਖਲੋਤੀ ਹੈ ਜੋ ਸੂਖਮ ਰੂਪ ਵਿੱਚ ਹੈ, ਜੋ ਉਹਨੂੰ ਮੌਕੇ ਦਿੰਦੀ ਹੈ, ਜੋ ਉਹਨੂੰ ਸਹਾਰਾ ਤੇ ਆਸਰਾ ਬਖਸ਼ਦੀ ਹੈ ਤੇ ਐਸਾ ਆਸਰਾ ਤੇ ਸਹਾਰਾ ਦਿੰਦੀ ਹੈ ਜੋ ਹਮੇਸ਼ਾ ਸਦੀਵ ਕਾਲ ਮਨੁੱਖ ਦੇ ਨਾਲ ਖੜਦਾ ਹੈ। ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਤਵਾਰੀਖ ਦੇ ਹਰ ਪੰਨੇ ਨੂੰ ਜਦੋਂ ਵੀ ਅਸੀਂ ਵੇਖਾਂਗੇ, ਵੈਸੇ ਭਾਈ ਵੀਰ ਸਿੰਘ ਨੇ ਚੰਦ ਸਤਰਾਂ ਬੜੇ ਕਮਾਲ ਦੀਆਂ ਕਹੀਆਂ। ਉਹ ਕਹਿੰਦੇ ਨੇ ਕਦੀ ਵੀ ਆਪਣੇ ਆਪੇ ਨੂੰ ਮਹਿਸੂਸ ਕਰਨ ਲੱਗਿਆ ਇਸ ਗੱਲ ਨੂੰ ਜ਼ਰੂਰ ਸਮਝੀ ਵੀ ਤੇਰੀ ਜ਼ਿੰਦਗੀ 'ਚ ਤੇਰੇ ਨਾਲ ਕੌਣ ਖਲੋਤਾ ਹੈ। ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਨੇ ਕਿਹਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਟੋਟ ਨਾ ਆਵੇ ਖਾਏ ਖਰਚ ਰਹਿੰਦਾ। ਇਹ ਇੱਕ ਐਸਾ ਔਰਾ ਹੈ ਬਾਣੀ ਦਾ, ਸ਼ਬਦ ਦਾ, ਜਿੱਥੇ ਮਨੁੱਖ ਦੇ ਜੀਵਨ ਵਿੱਚ ਕਦੀ ਇਕੱਲਾਪਨ ਮਹਿਸੂਸ ਨਹੀਂ ਹੋ ਸਕਦਾ। ਤੇ ਇਹੀ ਸਪਸ਼ਟਤਾ ਹੈ ਅੱਜ ਦੇ ਦੌਰ ਵਿੱਚ ਜਦੋਂ ਲੋਕਾਂ ਨੂੰ ਘਰੇ ਬਹਿਣ ਵਾਸਤੇ ਮਜਬੂਰ ਹੋਣਾ ਪਿਆ, ਲੋਕਾਂ ਦੇ ਵਪਾਰ ਬਿਜ਼ਨਸ ਸਭ ਕੁਝ ਆਪਣੀ ਥਾਂ ਤੇ ਖੜ ਗਿਆ, ਬਹੁਤਾਤ ਦੁਨੀਆ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਕਗਾਰ ਤੇ ਬੈਠੀ ਹੈ। ਇਹ ਸੁਭਾਵਿਕ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਜਦੋਂ ਵਪਾਰ ਦੀ ਦੁਨੀਆ 'ਚ ਵੱਡੇ ਘਾਟਿਆਂ ਦਾ ਸਾਹਮਣਾ ਇਨਸਾਨ ਨੂੰ ਕਰਨਾ ਪਏਗਾ ਤੇ ਕਿਤੇ ਨਾ ਕਿਤੇ ਸਾਈਕੀ ਦੇ ਤੌਰ ਤੇ ਉਹਦਾ ਅਸਰ ਇਨਸਾਨੀ ਦਿਮਾਗ ਤੇ ਹੁੰਦਾ ਹੈ। ਪਰ ਧਰਮ ਸ਼ਬਦ ਬਾਣੀ ਇੱਕ ਪੋਜ਼ਿਟਿਵਿਟੀ ਐਸੀ ਦਿੰਦੀ ਹੈ ਜਿਸ ਰਾਹੀਂ
ਮਨੁੱਖ ਆਪਣੇ ਅੰਦਰ ਇਸ ਗੱਲ ਨੂੰ ਸਮਝ ਸਕਦਾ ਹੈ ਵੀ ਭਾਈ ਬੇਫਿਕਰੀ 'ਚ ਸਫ਼ਰ ਕਰ, ਕਿਉਂਕਿ ਅਸਲ 'ਚ ਜਿਨੇ ਤੈਨੂੰ ਪੈਦਾ ਕੀਤਾ ਹੈ ਉਹਨੂੰ ਤੇਰੀ ਚਿੰਤਾ ਹੈ। ਅੱਜ ਇਸ ਕਾਇਨਾਤ ਵਿੱਚ ਤੇਰੇ ਲਈ ਥੋੜਾ ਜਿਹਾ ਸਮਾਂ ਔਖਾ ਤੇ ਭਿਆਨਕ ਹੈ, ਕੱਲ ਨੂੰ ਇਹ ਔਖਾ ਸਮਾਂ ਵੀ ਕੱਟਿਆ ਜਾਣਾ। ਇਹਦੀ ਸ਼ਬਦਾਵਲੀ ਉਸੇ ਰੂਪ 'ਚ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਕਿਹਾ, ਨਾਨਕ ਚਿੰਤਾ ਮਤ ਕਰੋ, चिंता तिस ही है जल में जंत उपायन तिना पी रोजी दे, उथे हट ना चलसी ना को किरस करे। असल विच जिन्ने पैदा कीता है रिज़क दाते ने साडी जिंदगी च सानू रिज़क दिता है, ते उस रिज़क दाते दी हमेशा होंद नूं अपनी जिंदगी च स्वीकार के तुरना अत जरूरी ते लाजमी है। इतिहास पढ़दे असल विच तवारीख ने सब तो विलक्षण गल यह कीती है कि साडे उन्हां महान सूरमिया योधियां ने अपनी जिंदगी अंदर अपने आप नूं स्वै रूप च समझिया, महसूस किया, जानिया, अपने अंदर निर्भयता निडरता इन्हां चीज़ां नूं जन्म दिता। रब जी नूं गाउंदे गाउंदे उस एक परमात्मा दा ऐसा रूप बन गए कि हर हालात ते हर भैड़े ते औखे समय च उन्हां ने अपनी जिंदगी च एक दा सरबत दे भले वास्ते गुजारिशां कीतियां, क्योंकि बाणी दा एम सी जां तू मेरा वल है तां क्या मुशंदा। बाणी दा एम सी परमात्मा दी बनाई हुई इस समुची कायनात दे हर जीव दा उन्हूं फिक्र है, इस करके वो गुजारिशां भी करदा है। ओदी अर्ज ओदी बेनती इस रूप च है कि ऐ परिपूर्ण परमात्मा जगत जलंदा रख लै, अपनी कृपा धार जित द्वारे उभरै तितै लिहो उबार। सतगुर सुख विखालिया सच्चा शब्द विचार, नानक अवर न सिजई हर बिन बख्शण हार। ओदा टीचा एक, मकसद एक, सिद्धांत एक दे आसरे ते खलोता बेपरवाही च जिउंदा है, क्योंकि बाणी दा वचन उस इंसान दे अंदर दी सिरजना नूं बार-बार टुंबदा है ते कहंदा असल च रब दा प्यारा बन के परमात्मा दा भगत बन के ओदी बनाई हुई कायनात दे नाल स्नेह ते प्यार करके सफर करेगा। तेरे अंदर दी पॉजिटिविटी, तेरे अंदर दे चंगे ख्याल, हमेशा चंगा जीवन जीउण दी चाहत रख के सफर करने वाली सोच तेनू अगाह लेके जाएगी। गुरु साहब ने इसे करके साडे सामने ये बार बार सिद्धांतक तौर ते सानू चेतावनी दिती है ते नेचर दा कुदरत दा रूल खोल के सानू समझाया। भाई वीर सिंह कहंदे ने चाहिदा है एक इंसानी जीवन दी रूपरेखा च वो अपने आप नूं इस कदर महसूस करे कि ओदी जिंदगी दा टीचा मकसद गुरु अर्जन साहब ने जिवें कहा भी पहाड़ जिड्डा होवे, क्योंकि आसरा वड्डा सहारा वड्डा ते उस वड्डे सहारे नाल वड्डे इंसान दी जिंदगी दा रूप भी वड्डा हो जाता है। ते एक स्पष्टता है, इनू हर मनुख अपनी जिंदगी च महसूस करे। भाई वीर सिंह दी बड़ी कमाल दी कथनावली है। उन्हें शब्द क्या उच्चा उठ जिमी तो प्यारे तेनू खंभ रब ने लाए, ओ क्यों डरे गोडियां परने जो उड आसमानी जाए। उच्ची नजर ते कीमत उच्ची दाइया उच्चा रखी, अर्शी तान होवे जिदे पल्ले ओ क्यों भुंजे जाए। तू तां आसमानी उडारी मारन वाला है, सिख वास्ते तां ताकीद है तू सचखंड दा वासी बनना है, जिउंदियां जी अपने आप नूं मुक्त करना है। ते ओ मुक्ति दी अवस्था जिहड़ी है जिन्हों गुरु साहब जी ने आप मुक्त अवरा मुक्त करावे, जब प्रभ की आज्ञा आत्म हितावे जीवन मुक्त सो कहावे दी बोली च दिती है। असल च ओ अवस्था ओ है जिथे इंसान अपने आपे नूं महसूस करके ए होंद अपने अंदर कायम करदा है कि यह परमात्मा मालिक जी तू मेरे नाल है, मैनू होर किसी चीज दी किसी ताकत दी परवाह कोई नहीं। ये रब्बी प्यार च सफर करने वालियां दी सिरजना है, पर इस सिरजना हुंदी कित्थों है? इतिहास विचों देखिए, गुरु साहिब दे समय गुरु अर्जन देव सच्चे पातशाह जी तत्ती तवी ते बैठे, वक्त दी हर ताकत ने उन्हां दे मकसद तो दूर करने वास्ते जतन किया, हर तरीका ते हीला वरतिया। पर एक शायर ने बड़े सोहने कमाल दे लफ्ज कहे, वो कहंदा जिहड़ा इंसान ते गुरु अर्जन साहब जिन्हां बारे भट्ट साहबान ने कहा कि धरन गगन नवखंड में जोत स्वरूपी रहे हो, पर भन मथुरा कछ भेद नहीं गुर अर्जन प्रतख हर।
जिन्हां बारे शब्दावली खुल के बोली गई कि परमात्मा मालक दा तुसी रूप हो, तै जनमत गुरमत ब्रह्म पछाणे। ये शब्द पाठ साहिबाना ने वरते, पर वो एक तस्वीर दुनिया के सामने पेश करते। हालात जिद्दां दे मर्जी हो, अंदर दी पवित्रता नूं बहाल वही रखता है जिहड़ा एक दी होंद नूं हमेशा अपनी जिंदगी च कायम रखता है। वो हमेशा हर ख्याल विच भले दी सोचदा है, चंगे दी सोचदा है। पवित्रता उहदे जीवन विच पल पल झलकदी है ते वो झलकारा उस वक्त ही सिरमौर ते श्रेष्ठ हुंदा है जदों अपने आप विच रब्बी प्यार विच सफर करन वाला मनुख अपने आप नूं रब दा रूप बना लैंदा। बाबा कबीर साहब ने सिंघासन दा जिक्र कीता, उन्हां दी शब्दावली है, अब तो जाए चढ़े सिंघासन, मिले हैं सारंग पानी राम कबीरा, एक भय है को न सके पहचान। हे परमात्मा जी, हुण ते पहचान ही कोई नहीं। रब जी तुहाडी पहचान मेरी पहचान, मेरी पहचान तुहाडी पहचान। असल विच ये गल बड़ी स्पष्टता नाल बाबा कबीर साहब ने भी कही। वो खोल के विचार दिंदे ने भी परमात्मा तेनू मेरे करके जानिया जांदा है, मैनू तुहाडे करके जानिया जांदा है। ना मैं तुहाडे तो वखरा हां, ना तुसीं मेरे तो वखरे हो। ते ये सांझ उदों इंसान दे जीवन विच पैदा हुंदी है जदों उस करते दी बनाई हुई कुदरत विच उस करते नूं रमिया होया समझ के हमेशा उस अगे गुजारिश बेनती करदा होया अपने आपे नूं जगाउंदा इस जीवन विच सफर करदा। गुरु साहिब जी ने इतिहास विच ओ पूरने पाए, समय दी ताकत समर्था, समय दी हर मजबूत शक्ति सामने खलो के कहती है तुहाडी होंद नूं खत्म कर देवांगे। गुरु अर्जन साहब दा ललकार है, ये होंद साडी नहीं, ये होंद असी खुद नहीं बनाई, ये होंद साडी अपने आप तो पैदा नहीं हुई। ये होंद तां उस करते परमात्मा दी बख्शिश है ते सच है। गुरु साहब जी ने बाणी च इस गल नूं बार बार दोहराया है। इस बारे शब्द क्या, तेरी बख्श ना मेटे कोई सतगुर का दिलासा। इस बख्शिश नूं कदी खत्म नहीं किया जा सकता, इस नूं मिटाया नहीं जा सकता। ये कदी किसी मनुख दे चंद लफ्जां ते चंद ताकत दे नाल समाप्त नहीं हुंदी। शरीर है, वक्त दी ताकत ने जोर लाया, शरीर मिट गया, समाप्त हो गया, पर उस अवस्था नूं, उस शिखरता नूं हमेशा तो गाया जांदा रहा, गाया जांदा रहेगा। आउण वाली दुनिया ते अज दा समा महसूस करदा है उस औखे समय च सच्चे पातशाह अपने सिद्धांत प्रणाली च किवें मजबूत ते कायम रहे। एक शायर ने शब्द बड़े कमाल दे कहे, उथे गुरु अर्जन साहब जी दे सिद्धांत नूं देखो, एक दी होंद दी बरकरारी देखो, एक दी मौजूदगी दा एहसास देखो। अव्वल अल्लाह नूर उपाया कुदरत के सब बंदे दा पाठ पढ़न वाले ते पढ़ाण वाले उन्हां रब दे प्यारे भगत जनां दी जीवन शैली दा एक वखरा अंदाजन अलग रूप नजर आया ते दुनिया ने महसूस किया भी हाँ एक ऐसी शख्सियत जिहड़ी कदी लाहौर दी धरती ते बेसहारे जिन्हां नूं वक्त दी हुकूमत ने बिल्कुल नकारे करके सिड़ दिता। भी आम तौर ते सरकारां दे फर्ज हुंदे ने प्रजा जदों दुखी होवे, जदों भयानक बीमारी फैली, काल पिया, लोकां दे घर खाण नूं अन्न नहीं, दाना नहीं, कुछ नहीं है, हालात बद तो बदतर ने, भयानक बीमारी दे नाल लोग मर रहे ने। लाहौर दी धरती ते एक मसीहा ऐसी पेशकारी करदा है, भुखे दे मूंह च बुरकी पाउंदा है, जिन्हां लाशां नूं अपने लोग दरकार के चले गए भी असी नहीं इन्हां दा संस्कार कर सकते। उन्हां नूं गुरु अर्जन साहब अपने मोढियां ते चुक चुक के संस्कार करांदे, साम संभाल हो रही है, क्योंकि असल विच बाबे नानक दा मंतव हमेशा तो यह रहा कि जिस इंसान दे अंदर एक दी होंद बरकरार होगी ते एक दा सहारा जिस मनुख दे जीवन दा हिस्सा बन गया, ओदी शिखरता बड़ी बुलंदी वाली होंदी है। वो अपने इस ढांचे नूं दुनिया दे सामने रब जी दी, परमात्मा जी दी बख्शिश दे नाल पेश करदा ते सब तो वड्डी गल है सब कुछ करन दे बावजूद भी
सब कुछ करन दे संसारक ढांचे नूं समझण दे बावजूद भी, अपने हत्थी मेहनत करन दे बावजूद भी ओदी जिंदगी दा एक रूप, एक रंग ढंग ये भी हुंदा है जिन्हों बाणी ने अपने शब्दां च पेश करके क्या, कबीर मेरा मुझ में किश नहीं, जो किश है सो तेरा, तेरा तुझको सौंपते क्या लागे मेरा। वो सांझ एक वखरे तरीके दी, वखरे ढंग दी ते वखरे नजरिए तो पनपदी है। धन गुरु ग्रंथ साहिब जी दी बाणी दे फलसफे च एक दी होंद नूं सवकारन वाले उस प्यारे नूं महसूस करके देखिए, जिहड़ा तत्ती तवी ते बह के भी ये गल कहंदा है, साडे दिलां नूं प्यार दी पौंद ला के बूटा लाया है सच्चे मालियां ने, अमृत पा के अमृत सर विचों उस नूं सिंचिया जग दे वालियां ने, उस नूं इतना सेवा दा बूर लगा, चुकियां निमरता नाल सब डालियां ने, ऐ पर किसे शहीद दे खून बाजों आईयां फुल्लां च अजे ना लालियां ने, उस दी जड़ च प्यारे रत है अपनी चो दिती, जिहड़ा वड्डेगा उस नूं भी महक देसी, चंदन वाग है पर खुशबू दिती। वो मजबूती ते वो शिखरता वाला आलम जदों भी कोई महसूस करेगा, सुभावक है ओदे अंदर एक ख्याल, एक पवित्रता ते एक महान विचारधारा दी सिरजना होएगी। और रब जी दी होंद नूं इस संसार विच महसूस करेगा। साडे इतिहास दी यही विलक्षणता है। वक्त दी ताकत कहती है सिੱਖੀ मिटा दी जाएगी। भाई तारू सिंह वर्गा अपने तन ते पिंडे ते बहुत सारे जुल्म सहारदा होया, दुख पीड़ा तकलीफ सहंदा होया, अपनी जिंदगी च बार बार पेश करदा है कि एक दी होंद ते एक दी महान विचारधारा नूं असीं अपनी जिंदगी च सवकारिया है। सच है जदों तक वो एक कायम है, उस दी विचारधारा ते उस दे फलसफे हर इंसान दे विच कायम रहणगे। गुरु साहिब जी ने इस ढांचे नूं, इस बोली नूं साडे सन्मुख रखदे आ, वो फलसफा साडे सामने रखिया है। अज दे जो शब्द नूं मंगला चरण विच तुसीं सरवण कीता, ओदी सिरजना दा रूप भी यही है। सतगुरु गुरु ग्रंथ साहिब सच्चे पातशाह जी दी अमृत बाणी भगत कबीर साहिब जी ने उस ढांचे नूं साडे सामने रखदे एक गल कही है कि इंसान दे अंदर ख्यालां दी तब्दीली होनी जरूरी है। गुरु ग्रंथ साहिब जी दी बाणी कई थावां ते कुछ चीज़ां ऐसियां वरतियां गईयां जिथे असीं महसूस करांगे सतगुरु ने एक शब्द वरतिया, 70 का मतहीन 80 का व्यवहार ना पावे। 70 का मतहीन दा अर्थ यह है कि इंसानी शब्दावली इंसानी रूप रेखा जदों मनुख विचारां करके खड़ जांदा है, नवीनीकरण जीवन विच नहीं आउंदा, उदों इंसान अपनी जिंदगी च तब्दील नहीं हो सकता। ये जरूरी है मनुख दे जीवन विच निता प्रति नवियां तो नवियां विचारां ते नवें तो नवें ख्यालां दी सिरजना होनी चाहिए। ये अत लाजमी है, अत जरूरी है। ते नवें तो नवें ख्यालां दी सिरजना ताही होएगी जे गुरु ग्रंथ साहिब जी दी बाणी दे शब्दां विच सत्ती पहरी सत भला बहीए पढ़िया पास सियाणे चंगे दानशमंद लोकां दे कोल इंसान अपनी जीवनी विच बहण दी आदत पाएगा। सियाणप नाल भरपूर मनुख अपने जीवन विच रब जी दी विचारधारा नूं रब दे प्यारे भगत जनां कोलों समझेगा ते महसूस करेगा। गुरु साहिब जी ने इसे करके जरूरी किया, परमात्मा भी नित नवा है, नित नवे रूप विच है, नित नवे रंग ढंग दा है, नित नवी समर्था ते ताकत दा मालक है, नित नवा रूप रब जी दा दुनिया दे सामने नवी कुदरत दी सिरजना दे रूप विच आउंदा है। नवे ख्यालां दी सिरजना होनी जरूरी इंसान दी जिंदगी च अत लाजमी है, क्योंकि जे इंसान अपने आप च नवे ख्यालां दी सिरजना नहीं कर पाएगा, गुरु साहिब जी ने खड़े हुए ख्यालां नूं अपनी जिंदगी च कदी भी बदलाव दा रूप रंग ढंग नहीं पेश कीता। सच्चे पातशाह जी ने अज दे इस पावन शब्द विच भगत कबीर साहब एक ख्याल साडे सामने रखते हैं कि महसूस कर अपने अंदर उस सोच नूं लै के आ, जिहड़ी सोच तेरे किरदार तेरी विचार मजबूत बनावे, जिहड़ी सोच तेरे अंदर पवित्रता लैके आवे, जिहड़ी सोच तेरे अंदर प्यार ते सत्कार नूं जन्म देवे, जिस सोच नाल दया, जिस सोच नाल संतोख, जिस विचार नाल समझ आके जीवन विच टिके। ते बाबा कबीर साहब जी ने क्या चंगा होया मेरे जीवन विच दो विचारां दा टकराव सी। एक विचार ओ
ਜਿਹੜੀ ਪਵਿੱਤਰ ਕਰਦੀ ਸੀ, ਇੱਕ ਵਿਚਾਰ ਉਹ ਜਿਹੜੀ ਮੇਰੇ ਜੀਵਨ ਨੂੰ ਅਪਵਿੱਤਰ ਕਰਦੀ ਸੀ। ਕਹਿਣ ਤੋਂ ਭਾਵ ਇੱਕ ਬਿਰਤੀ ਉਹ ਜਿਹੜੀ ਮਨ ਨੂੰ ਕਮਜ਼ੋਰ ਕਰਦੀ ਸੀ, ਇੱਕ ਬਿਰਤੀ ਉਹ ਜਿਹੜੀ ਮਜ਼ਬੂਤ ਕਰਦੀ ਸੀ, ਇੱਕ ਖਿਆਲ ਉਹ ਜਿਹੜਾ ਮੇਰੇ ਜੀਵਨ ਨੂੰ ਹਮੇਸ਼ਾ ਕਮਜ਼ੋਰ ਕਰਕੇ ਤੇ ਭੈੜੇ ਪਾਸੇ ਤੋਰਦਾ ਸੀ, ਇੱਕ ਖਿਆਲ ਉਹ ਜਿਹੜਾ ਮੈਨੂੰ ਚੰਗਾ ਬਣਾਉਂਦਾ ਸੀ। ਹੁਣ ਬਾਬਾ ਕਬੀਰ ਸਾਹਿਬ ਵਾਂਗੂ ਇਹ ਇਨਸਾਨ ਨੂੰ ਸੋਚਣਾ ਸਮਝਣਾ ਅਤ ਜ਼ਰੂਰੀ ਹੈ ਕਿ ਉਹ ਕਿਹੜੇ ਖਿਆਲ ਨੂੰ ਗ੍ਰਹਿਣ ਕਰਨਾ ਚਾਹੁੰਦਾ ਹੈ, ਕਿਹੜੀ ਸੋਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੁੰਦਾ ਹੈ, ਕਿਸ ਵਿਚਾਰਧਾਰਾ ਦਾ ਉਹ ਆਪਣੀ ਜ਼ਿੰਦਗੀ 'ਚ ਪਾਂਧੀ ਬਣਨਾ ਚਾਹੁੰਦਾ ਹੈ, ਕਿਸ ਖਿਆਲ ਨੂੰ ਆਪਣੇ ਅੰਦਰ ਲੈ ਕੇ ਆਉਣਾ ਚਾਹੁੰਦਾ ਹੈ ਤੇ ਕਿਸ ਸੋਚ ਰਾਹੀਂ ਉਹ ਸਫ਼ਰ ਕਰਨਾ ਚਾਹੁੰਦਾ ਹੈ। ਕਿਉਂਕਿ ਇਸ ਦੁਨੀਆ ਵਿੱਚ ਅੰਮ੍ਰਿਤ ਤੇ ਜ਼ਹਿਰ ਦੋਨੋਂ ਇੱਕ ਸਮਾਨ ਤਾਕਤ ਸਮਰੱਥਾ ਰੱਖਦੇ ਨੇ, ਦੋਨਾਂ ਦੀ ਇੱਕ ਸਮਾਨ ਪਾਵਰ ਹੈ। ਜਦੋਂ ਇਨਸਾਨ ਅੰਮ੍ਰਿਤ ਗ੍ਰਹਿਣ ਕਰੇਗਾ ਉਹਨੇ ਆਪਣਾ ਕੰਮ ਕਰਨਾ ਹੈ, ਜਦੋਂ ਜ਼ਹਿਰ ਗ੍ਰਹਿਣ ਕਰੇਗਾ ਉਹਨੇ ਆਪਣਾ ਕੰਮ ਕਰਨਾ ਹੈ। ਰਾਹ ਦੋਵੇਂ ਇਨਸਾਨ ਦੇ ਸਾਹਮਣੇ ਖੁੱਲੇ ਨੇ, ਉਹ ਆਪਣੀ ਜ਼ਿੰਦਗੀ 'ਚ ਕਿਸ ਪਾਸੇ ਜਾਣਾ ਚਾਹੁੰਦਾ ਹੈ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਸੀਂ ਇੱਕ ਸਫ਼ਰ, ਇੱਕ ਮਾਰਗ ਤੇ ਤੁਰੇ ਤੇ ਇੱਕ ਐਸੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਏ ਜਿਹਨੇ ਸਭ ਕੁਝ ਬਦਲ ਦਿੱਤਾ। ਉਹ ਸ਼ਬਦ ਬੜੇ ਕਮਾਲ ਦਾ ਹੈ, ਬਨਾਰਸੀ ਬੋਲੀ ਦਾ ਸ਼ਬਦ ਹੈ। ਭਗਤ ਜੀ ਕਹਿੰਦੇ ਨੇ ਭਲੀ ਸਰੀ ਚੰਗਾ ਹੋਇਆ ਮੁਈ ਮੇਰੀ ਪਹਿਲੀ ਬਰੀ ਮਰ ਗਈ, ਜਿਹੜੀ ਮੈਂ ਪਹਿਲਾਂ ਧਾਰਨ ਕੀਤੀ ਸੀ, ਭਾਵ ਪਹਿਲਾਂ ਵਰੀ ਸੀ, ਵਿਆਹੀ ਸੀ, ਭਾਵ ਜਿਹੜੀ ਮੱਤ ਮੈਂ ਆਪਣੇ ਜੀਵਨ ਵਿੱਚ ਪਹਿਲਾਂ ਸਵਕਾਰੀ ਸੀ, ਚੰਗਾ ਹੋਇਆ ਚਲੀ ਗਈ। ਭਾਵ ਆਪਣੀ ਹੋਂਦ ਖਤਮ ਹੋ ਗਈ, ਰੱਬ ਜੀ ਦੀ ਹੋਂਦ ਨੂੰ ਹੁਣ ਜੀਵਨ ਵਿੱਚ ਸਵਕਾਰ ਲਿਆ। ਜੁਗ ਜੁਗ ਜੀਵੋ ਮੇਰੇ ਅਬ ਕੀ ਤਰੀ, ਚੰਗਾ ਮੈਂ ਅਸੀਸਾਂ ਦਿਨਾਂ ਵੀ ਜਿਹੜੀ ਮੈਂ ਹੁਣ ਧਾਰਨ ਕੀਤੀ ਹੈ, ਚੰਗੀ ਦਇਆ ਪਿਆਰ ਸਨੇਹ ਰੱਬੀ ਭਉ ਵਾਲੀ, ਪਰਉਪਕਾਰ ਕਰਨ ਵਾਲੀ, ਲੋਕਾਂ ਦੇ ਨਾਲ ਕੁਦਰਤ ਦੇ ਨਾਲ ਪਿਆਰ ਕਰਨ ਵਾਲੀ, ਮਹਿਸੂਸ ਕਰਨ ਵਾਲੀ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਚੰਗਾ ਹੋਇਆ। ਜਿਹੜੀ ਭੈੜੀ ਸੀ ਉਹ ਚਲੀ ਗਈ, ਬਹੁਤ ਸੋਹਣਾ ਹੋਇਆ। ਹੁਣ ਜਿਹੜੀ ਚੰਗੀ ਹੈ ਉਹ ਮੇਰੇ ਜੀਵਨ ਦਾ ਹਿੱਸਾ ਹੈ ਤੇ ਉਸ ਵਾਸਤੇ ਮੈਂ ਅਸੀਸਾਂ ਦੇ ਰਿਹਾ ਹਾਂ, ਉਸ ਵਾਸਤੇ ਮੈਂ ਬਾਰ-ਬਾਰ ਆਪਣੇ ਦਿਲ ਤੋਂ ਦੁਆਵਾਂ ਕੱਢਦਾ ਹਾਂ ਕਿ ਇਹ ਜੁਗਾਂ ਜੁਗਾਂ ਤੱਕ ਜੀਵੇ, ਕਿਉਂਕਿ ਇਸ ਦੀ ਮੈਨੂੰ ਲੋੜ ਹੈ। ਇਹ ਮੱਤ ਜਿੱਥੇ ਵੀ ਲੈ ਕੇ ਮੈਂ ਚੱਲਦਾ ਮੈਨੂੰ ਇੱਜ਼ਤ ਮਾਣ ਤੇ ਸਤਿਕਾਰ ਮਿਲਦਾ। ਬਾਬਾ ਜੀ ਨੇ ਪਹਿਲੇ ਬਚਨਾਂ 'ਚ ਕਿਹਾ, ਪਹਿਲੀ ਕਰੂਪ ਕੁਜਾਤ ਕੁਲਖਣੀ ससुरे पईए बुरी अब की स्वरूप सुजान सुलखनी सहजे उदर धरी। पहली अपनी मत सी, भैड़ी मत सी, भैड़ी बिरती सी ते उस भैड़ी मत ते भैड़ी बिरती दा सदका जीवन दे अंदर हमेशा भैड़ापन सिरजिया गया, हमेशा भैड़ापन आया। वो करूप सी, वो अपने थां ते नहीं सी खड़दी, वो ना दुनिया वास्ते हुई, ना परमात्मा मालिक दी बन पाई, भाव ना उन्हें पेके घर जोगा रहन दिता ते ना सहुरे घर जोगा। पर हुण जिहड़ी गुरु दी सियाणी मत है, गुरु वल्लों सिरजी हुई जिहड़ी बिरती है, उस बिरती ने पवित्र कर दिता, सोहना बना दिता। हुण उहनूं सहजे ही अपने हिरदे च धारण कर लिया ते उस नाल होया कि कहो कबीर जब लहुरी आई। बाबा कबीर साहब कहते ने जदों मेरे जीवन विच निम्रता ने आके टिकाणा कीता, बड़ी का सुहाग टरियो, अहंकार उडारी मार गया। बाबा कबीर साहब दे इन्हां कथनां नूं जदों असीं बाणी च देखांगे, सुभाविक है निम्रता जीवन दा ओ गहना है, ओ हथियार है जिस नाल इंसान वड्डी तो वड्डी ताकत नूं जितण दी समर्था रखदा है। दो चीज़ां ने, इंसान दा निमर रहना अति जरूरी है, पर गुरमत विच गुरु साहब जी ने अणख दा भी जिक्र कीता है। असल विच अणख मार के निम्रता वाली अपनी जिंदगी च अत नीवे होण वाली बिरती चापलूसी नूं जन्म दिंदी है। गुरु साहब जी ने कहा निम्रता रख, निम्र सुभाव विच सफर कर, पर इस गल दा ख्याल रखी तेरी अपनी अणख भी बरकरार रहनी चाहिए। वो निम्रता नहीं आखी जा सकती भी संसार अंदर कोई इंसान अत दा तेनू जलील करी जावे ते तू महसूस करे भी अपनी जिंदगी च बार बार जलील होई जावां,
नहीं, जे जीवे पत लथी जाए सब हराम जेता कछ खाए। निम्रता का मूल रूप यह है कि कोई इंसान अपने अंदर उस अणख नूं हमेशा कायम रखे जिस नाल उसका स्वैमान बहाल रहे, पर दूसरे रूप च इस गल नूं भी महसूस करना, इस विचार नूं भी समझना ते इस पक्ष ते भी हमेशा ख्याल च रखना भी अपने आप नूं जताउणा भी नहीं, क्योंकि गुरु ग्रंथ साहिब दी बाणी कहंदी है इस संसार दी हर ताकत ते उस परमात्मा मालिक दा हथ है। तू अपनी जिंदगी च अहंकारी बन के सफर नहीं करदा, पर अणख दा विषय भी धार्मिक है, उन्होंने भी इंसान ने समझना है। गुरु साहिब जी दी बाणी च बाबा जी ने कहा, कहो कबीर जब लहरी आई बड़ी का सुहाग डरे हो, लहरी संग भई अब मेरा। जदों दी निम्रता आई है अहंकार चला गया। हुण मैं अहंकार वालियां ईगो वालियां गल्लां नहीं करदा। हुण मैनूं महसूस हुंदा है भी इस संसार अंदर जे परमात्मा ने मैनूं ताकत दित्ती है ते सिर्फ ये ताकत मेरी नहीं, मेरे तो बहुत वड्डे ताकतवर समर्था वाले इस दुनिया च बैठे ने। ये इंसान दे जीवन दा एक ऐसा वैपन हथियार है निम्रता, जिन्हों गुरु साहब ने कहा गरीबी गदा हमारी खन्ना सगल रेन शारी, इस आज्ञा को ना टिका विकारी। निम्रता मेरे जीवन का गदा, पुराने समय च वरतिया जाने वाला हथियार जिन्हों पंजाबी च गुरज कहा जाता। गुरु साहब जी ने कहा निम्रता वैपन है। बाबा फरीद साहब भी कहते हैं निवन सो अखर खवन गुण जिहबा मणिया मंत ए त्रै भैणे वेस कर तां वस आवी कंत। ते निम्रता दा एक दूजा रूप भी है, मद होंदी होए ए आना तान होंदा होए नताना अन होंदे आप वंडाए को ऐसा भगत सदाए। निम्रता दा एक श्रेष्ठ रूप यह भी है, एक फिक्का ना गल आए सबना मैं सच्चा धनी हियाओ ना कही ठा मानक सब अमोल वे। उस रूप नूं इंसान ने समझना है। बाबा कबीर साहब कहते ने जीवन की तरक्की कह लो, श्रेष्ठता कह लो, जीवन की ये मजबूती कह लो, जदों दे निम्र सुभाव दे मालिक बने आ, अहंकार उडारी मार गया ते उस नाल हासिल की होया जे लहरी संग भई अब मेरा। निम्रता हमेशा मेरे नाल सफर करती है, हलीमी च तुरदे हां इज्जत पत मिलती है। बाणी पढ़ांगे, गुरु साहब जी ने बाणी च बार बार कहा इंसान गुणां दा ग्राहक बने, पवित्रता नूं लैके सफर करे, मिठ बोलड़ा सुभाव ते अंदर मन करके शीतलता ठंडक जीवन का हिस्सा बन जाए। जिथे भी सफर करेगा गुण इज्जत दिंदे ने। शरीर ते पाया होया कपड़ा इंसान दी जिंदगी दे अंदर तन ढकदे ते ढकिया होया तन इज्जत दा प्रतीक है। गुरु ग्रंथ साहिब जी दी बाणी ने कहा तन सिर्फ शरीर दी सीमा ते संसारक पेशकारी दा रूप है, पर जिस इंसान दे अंदर गुण है भावें वो तन ते पाटे कपड़े पा के फिरदे, गुण उन्होंने हमेशा लिए अमर कर देते हैं। इस करके ये गुण रब जी की बख्शिश ने। असीं जपजी साहिब विच पढ़दे हां करमी आवे कपड़ा नदरी मोग दुआर, इज्जत बख्शिश नाल मिलदी है। बख्शिश तां हुंदी है जे गुण इंसान अपने अंदर पैदा करे। गुण पैदा करने वास्ते संघर्ष करना पैंदा है। संघर्ष की शुरुआत चंगे ख्यालों तो है ते चंगे ख्यालों की सिरजना उदों हुंदी है जदों इंसान चंगियां कोल बैठे, चंगा साहित्य पढ़े, चंगा समझे, चंगा परखे, चंगा सुने, चंगा अपनी जिंदगी च धारण करे। इस करके सब तो पहली गल मेरा बाबा कहंदा है अपने अंदर पढ़न ते सुनन दी ऐसी आदत पा जिस नाल चंगे ख्यालों की सिरजना हो सके, जो तेनू रब दा रूप बना देगा। बाबा कबीर साहब ने अखीर किया इस स्पष्टता वाली गल है, निम्रता नाल सफर कर। निम्रता जीवन नूं सुचेत मजबूत ते मुकम्मल करेगी। ते सब तो वड्डी गल बाबा जी कहते हैं जदों दा जीवन विच निम्र सुभाव आया और अहंकार वास्ते कोई थां नहीं। असीं आजाद पंछी वांगू उडारी मारदे हां ते उस परमात्मा दी बनतर दा हिस्सा बन के रब जी दे कीते नूं तेरा किया मीठा लागै हर नाम पदार्थ नानक मांगे दी बनतर विच समझदे ते महसूस करदे। सच्चे पातशाह साडे सब ते किरपा करन। सब तो पहला पक्ष एक दी होंद नूं सवकारीए, इतिहास अते गुरबाणी दे उन्हां महान योद्धियां दी महान विचारधारा नूं जीवन विच समझिए परखिए ताकि ये ढांचा हर हालात विच मजबूत रहे। ते सब तो वड्डी गल उस एक दी बख्शिश दे नाल
ਸਫ਼ਰ ਕਰਨ ਦੀ ਆਦਤ ਪਾਈਏ, ਤਾਂ ਹੀ ਜੀਵਨ ਮਜ਼ਬੂਤ ਮੁਕੰਮਲ ਬਣੇਗਾ। ਸੱਚੇ ਪਾਤਸ਼ਾਹ ਕਿਰਪਾ ਕਰਨ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।